ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਰਤਨਾ ਰਤਨ ਪਦਾਰਥ ਬਾ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ, ਤਿੰਨ ਹੱਥ ਚੜਿਆ ਰਾਮ। ਸਤਿਨਾਮ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ। ਨਾਮ ਗੁਰ ਦਿਓ ਹੈ ਆਪਮੇ, ਜਾ ਕੈ ਮਸਤਕ ਕਰਮਾ। ਨਾਮ ਦ੍ਰਿੜਾਵੈ ਨਾਮ ਜਪਾਵੈ, ਤਾ ਕਾ ਜੁਗ ਮੈਂ ਧਰਮਾ। ਜਨ ਕਾ ਨਾਮ ਵਡਾਈ ਸੋਭ, ਨਾਮੋ ਗਾਤ ਨਾਮੋ ਪਤ। ਜਨ ਕੀ ਮਾਨੈ ਜੋ ਜੋ ਹੋਗਾ। ਰਹਾਉ ਨਾਮ ਧਨ ਜੇ ਜਨ ਕੇ ਪਾਲੈ, ਸੋਈ ਪੂਰਾ ਸਾਹਾ। ਨਾਮ ਵਿਵਹਾਰ ਨਾਨਕ ਆਧਾਰਾ, ਨਾਮ ਪ੍ਰਾਪਤ ਲਾਹਾ। ਨਾਮ ਧਨ ਜੇ ਜਨ ਕੇ ਪਾਲੈ, ਸੋਈ ਪੂਰਾ ਸਾਹਾ। ਨਾਮ ਵਿਵਹਾਰ ਨਾਨਕ ਆਧਾਰਾ, ਨਾਮ ਪ੍ਰਾਪਤ ਲਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਹਨ, ਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਧਨਾਸਰੀ ਰਾਗ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਨਾਮ ਗੁਰ ਦਿਓ ਹੈ ਆਪੁਨ, ਜਾ ਕੈ ਮਸਤਕ ਕਰਮਾ। ਨਾਮ ਬਹੁਤ ਵੱਡੇ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਜਿਹਦੇ ਚੰਗੇ ਕਰਮ ਨੇ, ਜਿਹਦੇ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਨੂੰ ਨਾਮ ਪ੍ਰਾਪਤ ਹੁੰਦਾ ਹੈ। ਉਹਨੂੰ ਸਤਿਗੁਰੂ ਜੀ ਨਾਮ ਦੀ ਦਾਤ ਦਿੰਦੇ ਨੇ। ਨਾਮ ਦ੍ਰਿੜਾਵੈ ਨਾਮ ਜਪਾਵੈ, ਤਾ ਕਾ ਜੁਗ ਮੈਂ ਧਰਮਾ। ਜਿਹਦੇ 'ਤੇ ਹੁਣ ਸਾਹਿਬ ਜੀ ਰਹਿਮਤ ਕਰ ਦਿੰਦੇ, ਬਖਸ਼ਿਸ਼ ਕਰ ਦਿੰਦੇ, ਜਿਹਨੂੰ ਆਪਣਾ ਨਾਮ ਦੇ ਦਿੰਦੇ ਨੇ, ਉਹਦਾ ਫਿਰ ਇਸ ਸੰਸਾਰ ਦੇ ਵਿੱਚ ਇਹ ਧਰਮ ਹੀ ਹੋ ਜਾਂਦਾ। ਤਾ ਕਾ ਜੁਗ ਮੈਂ ਧਰਮਾ। ਕੀ ਨਾਮ ਦ੍ਰਿੜਾਵੇ ਨਾਮ ਜਪਾਵੇ। ਨਾਮ ਜਪਣਾ, ਜਪਾਉਣਾ, ਨਾਮ ਦ੍ਰਿੜ ਕਰਨਾ, ਨਾਮ ਦ੍ਰਿੜ ਕਰਾਉਣਾ, ਉਹਦਾ ਇਹ ਧਰਮ ਹੀ ਬਣ ਜਾਂਦਾ। ਕਹਿੰਦੇ ਜਨ ਕੋ ਨਾਮ ਵਡਾਈ ਸੋਭ। ਜਿਹੜੇ ਜਨ ਹੁੰਦੇ ਨੇ
ਉਹਨਾਂ ਦੀ ਸੋਭਾ ਕੀ ਹੈ? ਉਹਨਾਂ ਦੀ ਸੋਭਾ ਧਨ ਦੌਲਤ ਨਹੀਂ, ਰਾਜ ਭਾਗ ਨਹੀਂ, ਵਿੱਦਿਆ ਨਹੀਂ, ਉੱਚੀ ਜਾਤ ਨਹੀਂ। ਉਹਨਾਂ ਦੀ ਸੋਭਾ ਤਾਂ ਨਾਮ ਹੀ ਹੈ। ਉਹ ਜਿਉਂ-ਜਿਉਂ ਨਾਮ ਜਪਦੇ ਨੇ, ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਰਦੇ ਨੇ, ਤਿਉਂ-ਤਿਉਂ ਉਹਨਾਂ ਦੀ ਸੋਭਾ ਦੇ ਵਿੱਚ ਵਾਧਾ ਹੁੰਦਾ। ਨਾਮੋ ਗਤ ਨਾਮੋ ਪਤ ਜਨ ਕੀ, ਮਾਨੈ ਜੋ ਜੋ ਹੋ। ਜਨ ਜਿਹੜਾ ਆ ਪਰਮਾਤਮਾ ਪਰਮੇਸ਼ਰ ਦੀ ਵਡਿਆਈ ਕਰਦਾ, ਸਿਫਤ ਸਲਾਹ ਕਰਦਾ, ਅਤੇ ਉਹ ਨਾਮ ਜਪਦਿਆਂ ਜਪਦਿਆਂ ਉਹਦੀ ਅਵਸਥਾ ਉੱਪਰ ਹੁੰਦੀ ਜਾਂਦੀ, ਵੱਧਦੀ ਜਾਂਦੀ ਹੈ। ਨਾਮੋ ਗਤ, ਨਾਮ ਹੀ ਉਸ ਦੀ ਅਵਸਥਾ, ਨਾਮ ਹੀ ਉਸ ਦੀ ਮਰਜ਼ਾਦਾ। ਨਾਮੋ ਪਤ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਜੋ ਰੱਬ ਕਰਦਾ, ਮਨ ਹੈ ਜੋ ਜੋ ਹੋ। ਜਨ ਦੀ ਇਹ ਨਿਸ਼ਾਨੀ ਹੈ ਵੀ ਜੋ ਵੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਕਰਦਾ, ਉਹਨੂੰ ਖਿੜੇ ਮੱਥੇ 'ਤੇ ਮੰਨ ਲੈਂਦਾ ਹੈ। ਉਹਦੇ 'ਤੇ ਕਿੰਤੂ ਪਰੰਤੂ ਕੋਈ ਨਹੀਂ ਕਰਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹਦੇ ਹੁਕਮ ਨੂੰ ਸੱਤ ਕਰਕੇ ਮੰਨਦਾ। ਰਹਾਓ। ਨਾਮ ਧਨ ਜਿਸ ਜਨ ਕਹਿ ਪਾਲੈ, ਸੋਈ ਪੂਰਾ ਸਾਹਾ। ਜਿਸ ਸੇਵਕ ਦੇ ਪੱਲੇ ਨਾਮ ਧਨ ਹੁੰਦਾ, ਉਸ ਨੂੰ ਪੂਰਾ ਸ਼ਾਹੂਕਾਰ ਕਿਹਾ ਜਾਂਦਾ ਹੈ। ਸਈ ਪੂਰਾ ਸਾਹਾ, ਪੂਰਾ ਸ਼ਾਹੂਕਾਰ ਹੈ ਜਿਹਦੇ ਕੋਲ ਨਾਮ ਧਨ ਹੈ। ਨਾਮ ਧਨ ਹੀ ਐਸਾ ਜਿਹੜਾ ਹਰੇਕ ਜਗ੍ਹਾ 'ਤੇ ਚੱਲਦਾ, ਸਾਰੇ ਸੰਸਾਰ ਦੇ ਵਿੱਚ, ਪਰਲੋਕ ਦੇ ਵਿੱਚ। ਫਿਰ ਇਹ ਧਨ ਕਦੀ ਘਟਦਾ ਨਹੀਂ, ਚੋਰੀ ਨਹੀਂ ਹੁੰਦਾ, ਨਸ਼ਟ ਨਹੀਂ ਹੁੰਦਾ। ਅਗਨੀ, ਤਸਕਰ ਹੈ, ਪਾਣੀ ਹੈ, ਜਮਦੂਤ ਹੈ, ਇਹ ਜਾਂਦਾ ਹੀ ਨਹੀਂ। ਇਹ ਧਨ ਇਸ ਕਰਕੇ ਜਿਹਦੇ ਕੋਲ ਨਾਮ ਧਨ ਹੈ ਉਹ ਕਦੀ ਗਰੀਬ ਹੋ ਹੀ ਨਹੀਂ ਸਕਦਾ, ਉਹ ਪੂਰਾ ਸ਼ਾਹ। ਨਾਮ ਬਿਹਾਰਾ ਮਨ ਕੀ ਆਧਾਰਾ, ਨਾਮ ਪ੍ਰਾਪਤ ਲਾਹਾ। ਜਿਹੜੇ ਜਨ ਹੁੰਦੇ ਨੇ ਉਹਨਾਂ ਦਾ ਜੋ ਵਿਹਾਰ ਹੈ ਉਹ ਨਾਮ ਹੀ ਹੈ। ਨਾਮ ਜਪਣਾ, ਨਾਮ ਜਪਾਉਣਾ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ। ਉਹਨਾਂ ਦਾ ਵਿਹਾਰ ਬਣ ਜਾਂਦਾ ਹੈ ਅਤੇ ਨਾਮ ਦਾ ਹੀ ਉਹਨਾਂ ਨੂੰ ਲਾਹਾ ਪ੍ਰਾਪਤ ਹੁੰਦਾ ਹੈ। ਅਤੇ ਜਿਹੜੇ ਜਨ ਨੇ ਉਹ ਨਾਮ ਨੂੰ ਹੀ ਲਾਹਾ ਮੰਨਦੇ ਨੇ। ਜੋ ਦੁਨਿਆਵੀ ਨਫਾ ਹੈ, ਨੁਕਸਾਨ ਹੈ, ਉਹ ਦੁਨਿਆਵੀ ਨਫੇ ਨੁਕਸਾਨ ਨੂੰ ਨਹੀਂ ਕੁਛ ਸਮਝਦੇ। ਉਹ ਲਾਹਾ ਮੰਨਦੇ ਹੈ। ਜੇ ਤਾਂ ਜਿੱਦਣ ਨਾਮ ਨਹੀਂ ਜਪ ਹੋਇਆ, ਬਾਣੀ ਨਹੀਂ ਪੜ੍ਹ ਹੋਈ, ਉਦਣ ਨੁਕਸਾਨ ਮੰਨਦੇ ਹੈ। ਅਤੇ ਜਿੱਦਣ ਨਾਮ ਜਪ ਹੁੰਦਾ, ਸੰਗਤ ਹੁੰਦੀ ਹੈ, ਬਾਣੀ ਪੜ੍ਹ ਹੁੰਦੀ ਹੈ, ਉਹਨੂੰ ਉਹ ਲਾਹਾ ਮੰਨਦੇ ਨੇ। ਧਨਾਸਰੀ ਮਹੱਲਾ ਪੰਜਵਾ। ਨੇਤਰ ਪੁਨੀਤ ਭਈ ਦਰਸ ਵੇਖੇ, ਮਾਥੈ ਪਰੂਰ ਵਾਲ। ਇਹ ਨੇਤਰ ਕਦੋਂ ਪਵਿੱਤਰ ਹੁੰਦੇ ਨੇ? ਕਹਿੰਦੇ ਨੇਤਰ ਪਵਿੱਤਰ ਹੁੰਦੇ ਨੇ ਜਦੋਂ ਇਹਨਾਂ ਨੇਤਰਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦਾ ਹੈ, ਫਿਰ ਨੇਤਰ ਪੁਨੀਤ ਹੁੰਦੇ ਨੇ। ਮਾਥੈ ਪਰੂਰ ਵਾਲ। ਗੁਰੂ ਦੇ ਦਰਸ਼ਨ ਦੀਦਾਰ ਕਦੋਂ ਹੁੰਦੇ? ਜਦੋਂ ਸਾਧ ਸੰਗਤ ਦੀ ਚਰਨ ਧੂਲ ਮੱਥੇ 'ਤੇ ਲੱਗਦੀ ਹੈ, ਚੰਗੇ ਭਾਗ ਹੁੰਦੇ ਨੇ, ਫਿਰ ਗੁਰੂ ਕੇ ਦਰਸ਼ਨ ਹੁੰਦੇ ਨੇ। ਮਾਥੇ ਪਰੂਰ ਵਾਲ। ਜਦੋਂ ਗਿਆਨ ਦੀ ਧੂੜ, ਗਿਆਨ, ਬ੍ਰਹਮ ਗਿਆਨ, ਸੋ ਇਹਨੂੰ ਸਮਝ ਵਿੱਚ ਆਉਂਦਾ ਹੈ। ਜਦੋਂ ਬ੍ਰਹਮ ਗਿਆਨ ਦੀ ਸੋਝੀ ਆਉਂਦੀ ਹੈ, ਮਾਥੈ ਪਰੂਰ ਵਾਲ। ਰਵਾਲ ਬ੍ਰਹਮ ਗਿਆਨ ਨੂੰ ਕਿਹਾ ਜਾਂਦਾ ਹੈ। ਜੋ ਜਨ ਕੀ ਧੂੜ ਹੈ, ਰਵਾਲ ਹੈ, ਬ੍ਰਹਮ ਗਿਆਨ ਹੈ। ਚਾਨਣ ਹੁੰਦਾ, ਰਵਾਲ ਚਾਨਣ ਨੂੰ ਕਿਹਾ ਜਾਂਦਾ, ਧੂੜੀ ਚਰਨ ਚਾਨਣ ਨੂੰ ਕਿਹਾ ਜਾਂਦਾ ਹੈ।
ਸੋ ਜਿਵੇਂ ਜਦੋਂ ਸੂਰਜ ਦੀ ਕਿਰਨ ਕਮਰੇ 'ਚ ਪੈਂਦੀ ਹੈ, ਉਸ ਜਿਹੜੀ ਲੋ ਹੈ, ਕਿਰਨ ਹੈ, ਉਹਨੂੰ ਚੰਗੀ ਤਰ੍ਹਾਂ ਵੇਖੋ, ਬੜੀ ਧੂੜ ਦੇ ਕਣ ਹੁੰਦੇ ਨੇ। ਸੋ ਜਦੋਂ ਮਾਥੇ ਪਰੋਂ ਰਵਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਹ ਗਿਆਨ ਦੀ ਧੂੜ ਪ੍ਰਾਪਤ ਹੋ ਜਾਵੇ ਨਾ, ਫਿਰ ਇਹਨੂੰ ਦਰਸ਼ਨ ਹੁੰਦੇ ਨੇ। ਫਿਰ ਜਿੱਧਰ ਵੇਖਦਾ ਉੱਧਰ ਹੀ ਰੱਬ ਦਿਸਦਾ। ਫਿਰ ਕਹਿੰਦਾ ਜਗ੍ਹਾ ਹੀ ਹੈ ਨਹੀਂ ਜਿੱਥੇ ਰੱਬ ਨਹੀਂ ਹੈ, ਕਿਉਂਕਿ ਹੁਣ ਮਾਥੇ ਪਰੋਂ ਰਵਾ ਗਿਆਨ ਦੀ ਜਿਹੜੀ ਧੂੜ ਹੈ ਉਹ ਪ੍ਰਾਪਤ ਹੋ ਗਈ। ਨੇਤਰ ਪੁਨੀਤ ਹੀ ਉਦੋਂ ਹੁੰਦੇ ਨੇ ਜਦੋਂ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਦੇਖਦਾ। ਅੱਖਾਂ ਉਦੋਂ ਪਵਿੱਤਰ ਹੈ ਜਦੋਂ ਅੱਖਾਂ ਦੇ ਨਾਲ ਬਾਣੀ ਪੜ੍ਹਦਾ, ਉਦੋਂ ਅੱਖਾਂ ਪਵਿੱਤਰ ਹੁੰਦੀਆਂ। ਰਸ ਰਸ ਗੁਣ ਗਾਵੋ ਠਾਕੁਰ ਕੇ, ਮੋਰਾ ਹਿਰਦੈ ਬਸਹੁ ਗੋਪਾਲ। ਜਿਹੜਾ ਜਨ ਹੈ ਉਹ ਰਸ ਲੈ ਲੈ ਕੇ, ਰਸ ਲੈ ਲੈ ਕੇ ਆਨੰਦ ਦੇ ਨਾਲ ਸੋ ਗੁਣ ਗਾਉਂਦਾ ਠਾਕੁਰ ਦੇ, ਪਾਰ ਬ੍ਰਹਮ ਪਰਮੇਸ਼ਰ ਦੇ। ਮੋਰੋ ਹਿਰਦੈ ਬਸੋ ਗੋਪਾਲ। ਕਿਉਂ ਗਾਉਂਦਾ? ਹੇ ਪ੍ਰਮਾਤਮਾ ਪਰਮੇਸ਼ਰ, ਤੂੰ ਮੇਰੇ ਹਿਰਦੇ ਦੇ ਵਿੱਚ ਵਾਸਾ ਕਰ। ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ, ਉਹਨੂੰ ਗੋਪਾਲ ਕਿਹਾ ਜਾਂਦਾ। ਜਿਨ੍ਹਾਂ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਦਾ ਵਾਸਾ ਹੈ, ਅਤੇ ਜਦੋਂ ਉਹ ਬਾਣੀ ਪੜ੍ਹਦੇ ਨੇ ਅਤੇ ਉਹਦਾ ਇੱਕ ਵੱਖਰਾ ਹੀ ਆਨੰਦ ਹੈ। ਉਹ ਆਪ ਬਾਣੀ ਪੜ੍ਹਦਿਆਂ ਸੁਣਦਿਆਂ ਆਨੰਦ ਵਿੱਚ ਜਾਂਦੇ ਨੇ, ਆਨੰਦ ਲੈਂਦੇ ਨੇ। ਉਹਨਾਂ ਦੇ ਮੁਖਾਰ ਵਿੱਚੋਂ ਨਿਕਲੀ ਹੋਈ ਬਾਣੀ ਨੂੰ ਜਿਹੜਾ ਵੀ ਸੁਣਦਾ ਉਹ ਵੀ ਆਨੰਦਿਤ ਹੋ ਜਾਂਦਾ, ਕਿਉਂਕਿ ਰਸਿਆ ਹੋਇਆ ਹੁੰਦਾ। ਰਸਿਆ ਹੋਇਆ ਦੂਸਰਿਆਂ ਨੂੰ ਵੀ ਉਹ ਰਸ ਵਾਲਾ ਬਣਾ ਦਿੰਦਾ। ਕਹਿੰਦੇ ਤੁਮ ਕੋ ਰਾਖਨ ਹਾਰ ਦਿਆਲ। ਸੋ ਪਰਮਾਤਮਾ ਪਰਮੇਸ਼ਰ ਤਾਂ ਰੱਖਣੇ ਵਾਲਾ ਹੈ, ਦਇਆ ਦੇ ਘਰ ਵਿੱਚ ਹੁੰਦਾ। ਜਦੋਂ ਕਿਸੇ ਦੀ ਰੱਖਿਆ ਕੀਤੀ ਜਾਂਦੀ ਹੈ ਤਾਂ ਦਇਆ ਹੋਣੀ ਜ਼ਰੂਰੀ ਹੈ। ਤਰਸ ਆਵੇ, ਦਇਆ ਆਵੇ, ਫਿਰ ਉਹਦੀ ਰੱਖਿਆ ਹੁੰਦੀ ਹੈ। ਪਾਰ ਬ੍ਰਹਮ ਪਰਮੇਸ਼ਰ ਹਰ ਵਕਤ ਦਿਆਲੂ ਹੈ, ਦਇਆ ਦਾ ਘਰ ਹੈ। ਉਹਨੂੰ ਥੋੜ੍ਹਾ ਜਿਹਾ ਯਾਦ ਕਰਨ ਦੀ ਲੋੜ ਹੈ, ਰੱਖਿਆ ਕਰਦਾ, ਰਾਖਣਹਾਰ ਹੈ। ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ, ਹੋ ਪ੍ਰਭੂ ਕਿਰਪਾਲ। ਹੇ ਪ੍ਰਮਾਤਮਾ ਪਰਮੇਸ਼ਰ, ਆਪ ਜੀ ਸੁੰਦਰ ਸਰੂਪ ਹੋ, ਸੁਘਰ ਸਿਆਣੇ, ਸੋਹਣੀ ਘਾੜਤ ਵਾਲੇ, ਬੇਅੰਤ, ਅੰਤ ਕੋਈ ਨਹੀਂ ਹੈ। ਹੇ ਪਿਤਾ ਜੀ, ਆਪ ਜੀ ਕਿਰਪਾ ਕਰੋ, ਸਾਡੇ 'ਤੇ ਰਹਿਮਤ ਕਰੋ। ਅਰਦਾਸ ਹੈ। ਰਹਾਓ। ਮਹਾ ਆਨੰਦ ਮੰਗਲ ਰੂਪ ਤੁਮਰੇ, ਮਹਾ ਆਨੰਦ ਮੰਗਲ ਰੂਪ। ਹੇ ਪ੍ਰਮਾਤਮਾ ਪਰਮੇਸ਼ਰ, ਜਿਹੜੀ ਤੇਰੀ ਬਾਣੀ ਹੈ ਨਾ, ਹੇ ਸਤਿਗੁਰੂ ਜੀ, ਇਹ 'ਚੋਂ ਪੜ੍ਹ ਸੁਣ ਕੇ ਮਹਾ ਆਨੰਦ ਪ੍ਰਾਪਤ ਹੁੰਦਾ ਹੈ। ਮੰਗਲ ਰੂਪ ਤੁਹਾਡੀ ਬਾਣੀ ਹੈ। ਬਚਨ ਅਨੂਪ ਰਸਾਲ। ਤੁਮਰੇ ਬਚਨ, ਜਿਹੜੇ ਆਪ ਜੀ ਦੇ ਬਚਨ ਨੇ, ਉਪਮਾ ਤੋਂ ਰਹਿਤ ਨੇ। ਇਹਨਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਰਸਾਲ, ਰਸ ਦੇ ਨਾਲ ਭਰੇ ਹੋਏ ਨੇ। ਕਹਿੰਦੇ ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਰ। ਮੇਰੇ ਹਿਰਦੇ ਦੇ ਵਿੱਚ ਆਪ ਜੀ ਦੇ ਚਰਨ ਨੇ ਸ਼ਬਦ ਰੂਪ ਦੇ ਵਿੱਚ। ਸੋ ਇਹਨਾਂ ਦੀ ਹੀ ਹੁਣ ਪਾਲ ਮੈਂ ਬੰਨੀ ਹੈ, ਸ਼ਬਦ ਦੀ ਹੀ ਪਾਲ ਬੰਨੀ, ਸ਼ਬਦ ਦੇ ਨਾਲ ਹੀ ਰੋਕ ਲਾਈ ਹੈ। ਸ਼ਬਦ ਦੇ ਨਾਲ ਰੋਕ ਲਾ ਲਈ। ਕਿਹਨੂੰ ਰੋਕਿਆ? ਕਹਿੰਦੇ ਮਨ ਨੂੰ। ਮਨ ਦਾ ਜਿਹੜਾ ਵੇਗ ਸੀਗਾ ਬਹੁਤ ਤੇਜ਼ ਸੀ, ਮਨ ਭੱਜਦਾ ਸੀ, ਦੌੜਦਾ ਸੀ, ਨਹੀਂ ਸੀ ਠਹਿਰਦਾ, ਪਰ ਸ਼ਬਦ ਦੇ ਨਾਲ ਇਸ ਨੂੰ ਰੋਕ ਲਿਆ। ਤਨਾਸਰੀ ਮਹਲਾ ਪੰਜਵਾਂ। ਆਪਣੀ ਉਕਤ ਖਲਾਵੈ ਭੋਜਨ, ਆਪਣੀ ਉਕਤ ਖਿਲਾਵੈ।
ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਰਿਜ਼ਕ ਉਸ ਦੇ ਹੱਥ ਦੇ ਵਿੱਚ ਹੈ। ਸੋ ਜੋ ਸਾਨੂੰ ਭੋਜਨ ਮਿਲਦਾ ਹੈ, ਅਸੀਂ ਕਹਿੰਦੇ ਨਾ ਅਸੀਂ ਆਪ ਆਪਣੇ ਦਿਮਾਗ ਦੇ ਨਾਲ ਸੋਚਿਆ ਅਤੇ ਆਹ ਕੰਮ ਕੀਤਾ ਅਤੇ ਫਿਰ ਸਾਡਾ ਰਿਜ਼ਕ ਚੱਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਉਕਤੀ ਹੈ, ਅੰਦਰ ਜੋ ਖਿਆਲ ਉਕਤੀਆਂ ਜੁਗਤੀਆਂ ਪੈਦਾ ਹੋਣੀਆਂ, ਉਹ ਆਪ ਪੈਦਾ ਕਰਦਾ ਹੈ। ਜਦੋਂ ਬੰਦਾ ਰਿਜ਼ਕ ਭਾਲਦਾ, ਪਰਮਾਤਮਾ ਪਰਮੇਸ਼ਰ ਉਹਨੂੰ ਆਪ ਅਕਲ ਦਿੰਦਾ ਹੈ, ਮੱਤ ਦਿੰਦਾ ਹੈ, ਅਤੇ ਉਹ ਆਪਣੀ ਰਿਜ਼ਕ ਦੀ ਭਾਲ ਕਰ ਲੈਂਦਾ। ਆਪਣੀ ਉਕਤ ਖੇਲ ਆਵੈ। ਸੋ ਭਾਵ ਹੁਣ ਖਿਲਾਉਂਦਾ ਵੀ ਉਹ ਆਪਣੇ ਹਿਸਾਬ ਦੇ ਨਾਲ ਹੀ ਹੈ। ਜਗਤ ਸਾਰਾ ਖੇਡ ਤਮਾਸ਼ਾ, ਜਗਤ ਸਾਰਾ ਇੱਕ ਖੇਡ ਤਮਾਸ਼ਾ ਹੈ, ਅਤੇ ਉਹ ਆਪਣੇ ਹਿਸਾਬ ਦੇ ਨਾਲ ਹੀ ਖਿਡਾਉਂਦਾ ਹੈ। ਜੇ ਖਿਡਾਰੀ ਕਹੇ ਵੀ ਹਾਂ ਵੀ ਮੈਂ ਆਪਣੇ ਹਿਸਾਬ ਦੇ ਨਾਲ ਮੈਚ ਖੇਡਦਾ, ਨਹੀਂ, ਉਹ ਆਪਣੇ ਹਿਸਾਬ ਦੇ ਨਾਲ ਖਿਡਾਉਂਦਾ। ਇਹ ਕਾਠ ਕੀ ਪੁੱਤਰੀ ਕਾਹਾ ਕਰੈ ਵਪਰੀ, ਖਿਲਾਵਨ ਹਾਰੂ ਜਾਨੈ। ਇਹ ਪੁਤਲੀ ਜਿਹੜੀ ਇਹ ਕੀ ਕਰ ਸਕਦੀ, ਸਰੀਰ ਕੀ ਕਰ ਸਕਦਾ? ਜਿਹੜਾ ਸਾਨੂੰ ਖਿਲਾਉਣੇ ਵਾਲਾ ਉਹ ਜਾਣਦਾ ਕਿੱਦਾਂ ਖਿਡਾਉਣਾ ਹੈ। ਖਿਲਾਉਂਦਾ ਵੀ ਆਪ ਹੈ, ਰਿਜ਼ਕ ਵੀ ਆਪ ਦਿੰਦਾ ਹੈ, ਅਤੇ ਖਿਡਾਉਂਦਾ ਵੀ ਆਪ ਹੈ। ਇਸ ਖੇਡ ਵਿੱਚ ਕਦੀ ਇਹ ਜੀਵ ਹੱਸਦਾ ਅਤੇ ਕਦੀ ਰੋਂਦਾ, ਰਵਾਉਂਦਾ ਵੀ ਆਪ ਹੈ, ਹਸਾਉਂਦਾ ਵੀ ਆਪ ਹੈ। ਸੋ ਇਹ ਸਾਰੀ ਉਹਦੀ ਆਪਣੀ ਹੀ ਖੇਡ ਹੈ। ਸਰਬ ਸੁਖ ਭੋਗ ਰਸ ਦਿਵੈ, ਮਨ ਹੀ ਨਾਲ ਸਮਾਵੈ। ਉਹ ਸਾਰੇ ਸੁੱਖਾਂ ਦਾ ਮਾਲਕ ਹੈ, ਸਾਰੇ ਭੋਗਾਂ ਦਾ ਮਾਲਕ ਹੈ, ਰਸਾਂ ਦਾ ਮਾਲਕ ਹੈ, ਅਤੇ ਮਨ ਹੀ ਨਾਲ ਸਮਾਵੈ। ਉਹ ਹਰ ਵਕਤ ਮਨ ਦੇ ਨਾਲ ਹੈ, ਹਰ ਵਕਤ ਮਨ ਦੇ ਨਾਲ ਹੈ। ਸੋ ਜੇ ਇਹ ਸਮਝ ਲਈਏ ਕਿ ਮਨ ਦੇ ਨਾਲ ਹੈ, ਮਨ ਉਹਦੇ ਵਿੱਚ ਸਮਾਇਆ ਹੋਇਆ ਹੈ, ਫਿਰ ਇਹ ਗੱਲ ਮੰਨ ਸਕਦਾ। ਫਿਰ ਇਹ ਕਹਿੰਦਾ ਮਹਾਰਾਜ ਸਾਰੇ ਸੁੱਖ ਭੋਗ ਰਸ ਜੋ ਵੀ ਤੁਸੀਂ ਮੈਨੂੰ ਦਿੱਤਾ ਤੇਰੇ ਦਿੱਤੇ ਹੋਏ ਨੇ, ਅਗਰ ਉਹ ਮਨ ਦੇ ਨਾਲ ਹੈ। ਜੇ ਮਨ ਮੂਲ ਦੇ ਨਾਲ ਹੈ, ਮਨ ਹੀ ਨਾਲ ਸਮਾਵੇ, ਮਨ ਮੂਲ ਦੇ ਨਾਲ ਸਮਾਇਆ ਹੋਇਆ ਜੇ, ਫਿਰ ਆਪਣੇ ਸਾਰੇ ਸੁੱਖ ਆਪਣੀਆਂ ਸਾਰੀਆਂ ਦਾਤਾਂ ਜਿਹੜੀਆਂ ਰੱਬ ਦੀਆਂ ਮੰਨਦਾ ਹੈ। ਹੁਣ ਭੋਜਨ ਜਿੰਨਾ ਮਰਜ਼ੀ ਸਵਾਦਿਸ਼ਟ ਹੋਵੇ, ਜੇ ਸਰੀਰ ਹੀ ਤੰਦਰੁਸਤ ਨਹੀਂ ਆ, ਉਹਦਾ ਆਨੰਦ ਨਹੀਂ ਮਾਣ ਸਕਦਾ, ਉਹਦਾ ਸਵਾਦ ਨਹੀਂ ਮਾਣ ਸਕਦਾ। ਸਰੀਰ ਵਿੱਚ ਕੋਈ ਦੁੱਖ ਹੈ, ਦਰਦ ਹੈ, ਸੋ ਕਿਸੇ ਵੀ ਸੁੱਖ ਦਾ ਇਹ ਆਨੰਦ ਨਹੀਂ ਮਾਣ ਸਕਦਾ। ਇਸ ਕਰਕੇ ਜਿੰਨੇ ਵੀ ਦੁਨੀਆ ਦੇ ਭੋਗ ਰਸ ਸੁੱਖ ਹਨ, ਇਹਨਾਂ ਦਾ ਆਨੰਦ ਤਦੇ ਹੀ ਮਾਣਿਆ ਜਾ ਸਕਦਾ ਸਰੀਰ ਤੰਦਰੁਸਤ ਹੈ। ਸੋ ਉਹ ਆਪ ਹੀ ਤੰਦਰੁਸਤੀ ਦਿੰਦਾ ਹੈ, ਆਪ ਹੀ ਸਰੀਰ ਕੋ ਸੁੱਖ ਦਿੰਦਾ ਹੈ। ਦੁੱਖ ਵਿੱਚ ਸੁੱਖ ਉਹ ਮੰਨਦਾ ਹੈ, ਦੁੱਖ ਵਿੱਚ ਵੀ ਸੁੱਖ ਮੰਨਣੇ ਵਾਲੇ ਹੈਗੇ, ਪਰ ਭਗਤ ਮੰਨਦਾ। ਆਮ ਜਿਹੜਾ ਇਨਸਾਨ ਸੰਸਾਰੀ ਜੀਵ ਦੁੱਖ ਵਿੱਚ ਦੁੱਖ ਸੁੱਖ ਨਹੀਂ ਮੰਨ ਸਕਦਾ। ਦੁੱਖ ਵਿੱਚ ਸੁੱਖ ਉਹ ਮੰਨਦਾ ਜਿਹੜਾ ਮਨ ਦੇ ਨਾਲ ਆਪਣੇ ਨਾਲ ਪਰਮਾਤਮਾ ਨੂੰ ਸੰਗੀ ਮੰਨਦਾ ਹੈ ਵੀ ਸਦਾ ਅੰਗ ਸੰਗੀ, ਉਹ ਹਮੇਸ਼ਾ ਮੇਰੇ ਨਾਲ ਹੈ। ਉਹ ਦੁੱਖ ਵਿੱਚ ਸੁੱਖ ਮੰਨਦਾ ਹੈ। ਸੁੱਖ ਹੈ ਕਹਿੰਦਾ ਸੁੱਖ ਤੇਰਾ ਦਿੱਤਾ ਲਈਏ, ਵੀ ਸੁੱਖ ਮੇਰੀ ਮਿਹਨਤ ਦਾ ਨਤੀਜਾ ਨਹੀਂ ਹੈ। ਸੋ ਇਹ ਤੇਰੀ ਬਖਸ਼ਿਸ਼ ਹੈ, ਤੇਰੀ ਬਖਸ਼ਿਸ਼ ਨਾਲ ਸੁੱਖ ਭੁਗਤਾਂ। ਹਮਰੇ ਪਿਤਾ ਗੋਪਾਲ ਦਇਆਲ, ਇਹ ਜਨ ਦੀ ਨਿਸ਼ਾਨੀ। ਜਿਹੜਾ ਜਾਣਿਆ ਭਗਤ ਹੈ, ਉਹ ਕਹਿੰਦਾ ਮੇਰਾ ਪਿਤਾ ਜਿਹੜਾ ਆ ਸੋ ਉਹ ਗੋਪਾਲ ਹੈ, ਧਰਤੀ ਦੀ ਪਾਲਣਾ ਕਰਨੇ ਵਾਲਾ। ਉਹ ਤਾਂ ਸਾਰਿਆਂ ਦੀ ਪਾਲਣਾ ਕਰਦਾ, ਮੇਰੀ ਪਾਲਣਾ ਨਹੀਂ ਕਰੇਗਾ। ਫਿਰ ਦਇਆ ਦਾ ਘਰ ਹੈ ਜਿਹੜਾ ਸੰਸਾਰਕ ਪਿਤਾ। ਸੋ ਇਹਦੇ ਮਨ 'ਚ ਤਾਂ ਕ੍ਰੋਧ ਆਈ ਜਾਂਦਾ, ਗੁੱਸਾ ਆਈ ਜਾਂਦਾ, ਆਪਣੇ ਬੱਚਿਆਂ ਨੂੰ ਸਜ਼ਾ ਵੀ ਦੇ ਦਿੰਦਾ ਹੈ। ਅਤੇ ਪਰ ਜਿਹੜਾ ਪਾਰਬ੍ਰਹਮ ਪਰਮਾਤਮਾ ਪਰਮੇਸ਼ਰ ਹੈ, ਉਹ ਸਜ਼ਾ ਤਾਂ ਦਿੰਦਾ ਪਰ ਭੁੱਖਾ ਨਹੀਂ ਰੱਖਦਾ, ਉਹ ਪਾਲਦਾ। ਜੇ ਸਜ਼ਾ ਵੀ ਦਿੰਦਾ, ਉਹ ਦਿੰਦਾ ਹੈ ਜਿਹਦੇ ਨਾਲ ਇਹਦੀ ਪਰਵਰਿਸ਼ ਹੋਵੇ। ਕਈ ਵੇਲੇ ਸਜ਼ਾ ਦੇ ਕੇ ਵੀ ਪਰਵਰਿਸ਼ ਕੀਤੀ ਜਾਂਦੀ ਹੈ।
सो इंज करदा है। जे किसी माड़े काम तो उन्हें रोकना, वो रोकण वास्ते तो सज़ा देनी पैनी है, बन के रखना पैंदा। सो वो माड़े कर्म तो रोकदा। जे उन्हें बन के रख लिया, इसदा मतलब साडी पालना इहदे विच है, वो पालना करता है। तो इस करके उहदे दुख विच भी परवरिश हुंदी है, उहदी सज़ा दे विच भी प्यार हुंदा है, क्योंकि दया उस दे अंदर दया है। जे सज़ा दिंदा अंदर दया हुंदी, दया करके साडी परवरिश हुंदी है। ज्यों राखे महतारी बारिक को, तैसे ही प्रभ पार। महतारी माता, जिद्दां माता अपने बच्चे नूं रखदी है, बच्चे दी परवरिश करदी है। सो हर एक तरह का जिहड़ा ख्याल माँ अपने बच्चे का रखती है। जे बच्चे नूं भगूड़े विच भी पाया होया तो भगूड़ा हिलदा रहना चाहिए, तो मन नूं माता दे मन विच भी ख्याल है। बच्चा जे माड़ा जा भी रो पिया तो माता नूं पता है भी ये क्यों रोया, काहदे वास्ते रोया है। सो वो किवें समझदी है, किवें उहदी परवरिश करदी है। अकाल पुरख परमात्मा परमेश्वर ने उन्होंने ये सोझी दिती हुई है, उन्होंने ये सुरत दिती, वो अंदर सुरती है, सुरती जागी हुई है बच्चे की परवरिश वास्ते। जिवें माता अपने बच्चे की पालना करती है, साहब जी कहते हैं ठीक इसी तरह ही पार ब्रह्म परमेश्वर जितने उहदे जी जंत बनाए ने सबना दी वो परवरिश करता है। सो इस मामले ते वो साडे पाप भी नहीं वेखदा, साडे अवगुण भी नहीं वेखदा। जे साडे पाप वेखे, साडे अवगुण वेखे, फिर तो सो वो सानू रिजक ही ना देवे। रिजक देना, साडी पालना करनी, वो वखरा सिस्टम है। साडे कर्मां दी सज़ा देनी। हुण जे होंद होवेगी तो किसी नूं दुख जां सुख दिता जा सकता है। जे होंद ही ना रही तो फिर दुख काहदा ते सुख काहदा, मुर्दे वास्ते दुख काहदा ते सुख काहदा। साडे कर्मां नूं भुगताउण दे वास्ते साडी होंद दा होना बड़ा जरूरी है। सो इस करके वो साडी होंद नूं बरकरार रखदा। फिर टाइम पीरियड है, जिहड़ी उम्र है, उम्र ये तो है नहीं ना बेसाबी ना। हुण किहदा किन्ना किसी दा टाइम पीरियड है, उस हिसाब दे नाल उन्हें दुख सुख दे रूप दे विच कर्म जिहड़े ने भुगताउणे हुंदे ने। सो उहदा परवरिश करन दा तरीका बड़ा अलहदा है, वो साडी समझ नहीं आ सकदा। पिता के जन्म के जाने पूत, बच्चा किवें समझदा कि माँ किदां पालदी है, उहदी समझ विच नहीं आवेगा। हाँ उदों समझ विच आउंदी है जिद्दां हुण पिता पहलों नहीं पता लगता भी हाँ मेरा पिता कद किवें पालदा, क्यों मैनूं डांटदा, पर जदों आप पिता बनदा फिर पता लगदा। इसी तरह जदों पहलों नहीं पता हुंदा जग्यासू नूं भी किदां पालदा रब, तो जदों आप वो तिन्नां गुणां तो उपर उठदा, ब्रह्म की सोझी आउंदी है, फिर पता लगदा। पता ही लगदा है, अंत नहीं आउंदा। समझ पैंदी है। समझ की पई, तू मेरा पिता, तू है मेरा माता, तू मेरा बंधप, तू मेरा भराता। इस गल की समझ पै गई। समझ पै जाती है कि वो सबना नूं रखदा, सबना दी पालना करदा। समझ पै जाती है पहलों दे तैं जंत पा रिजक संभाहा, पिछों दे ते जंत पा। पहलों रिजक दिंदा फिर जंत पैदा करदा। समझ पै जाती है वो किवें पालदा, किथे किथे पालदा। ये बेअंतता है, ये किसी नूं भी समझ विच नहीं पैंदा। सो इस गल की समझ उदों पई जदों तिन्नां गुणां तो उपर उठिया, जदों ब्रह्म नूं पछाणिया। कहंदे ब्रह्म है, ब्रह्म की पहचान हो गई तो फिर ही पता लग्या भी हाँ बई पार ब्रह्म परमेश्वर जिहड़ा आ वो किदां किदां पाल रहा है। बेअंतता बहुत है, उहदे बारे कोई समझ नहीं रहा। मीत साजन सर्व गुण नायक,
ਸਦਾ ਸਲਾਮਤ ਦੇਵਾ। ਬੜੀਆਂ ਵੱਡੀਆਂ ਇਹ ਗੱਲਾਂ ਨੇ ਜਿਹੜੀਆਂ ਸਾਡੀ ਸਮਝ ਵਿੱਚ ਨਹੀਂ ਆਉਂਦੀਆਂ। ਸੰਸਾਰਕ ਬਿਰਤੀ ਵਾਲਾ ਤਾਂ ਇਹਨਾਂ ਗੱਲਾਂ ਤੋਂ ਕੋਰਾ ਆ, ਅਣਜਾਣ ਹੈ। ਜਿਹੜਾ ਜਗਿਆਸੂ ਹੈ, ਜਾਗ ਗਿਆ, ਉਹ ਕੁਛ ਸਮਝ ਸਕਦਾ। ਉਹਦੇ ਸਮਝ ਵਿੱਚ ਆ ਰਹੀਆਂ ਇਹ ਗੱਲਾਂ, ਸਮਝ ਲੱਗਦਾ ਕਿ ਅਸਲ ਮਿੱਤਰ ਕੌਣ ਹੈ। ਅਸਲ ਮਿੱਤਰ ਕੌਣ ਹੈ? ਅਸਲ ਮਿੱਤਰ ਤਾਂ ਉਹੀ ਹੈ ਭਾਈ ਜਿਹੜਾ ਇੱਥੇ ਵੀ ਸਹਾਇਤਾ ਕਰਦਾ ਅਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ। ਕਹਿਣ ਦਾ ਭਾਵ ਚਾਹੇ ਦੁੱਖ ਹੈ ਸੁੱਖ ਹੈ, ਮਿੱਤਰ ਸਾਥ ਨਹੀਂ ਛੱਡਦਾ। ਆਪਾਂ ਕਹਿੰਦੇ ਮਿੱਤਰ ਹੀ ਜਿਹੜਾ ਦੁੱਖ ਵਿੱਚ ਕੰਮ ਆਉਂਦਾ, ਸੁੱਖ ਦੀ ਤਾਂ ਕੋਈ ਗੱਲ ਨਹੀਂ। ਪਰ ਭਾਈ ਜਿਹੜਾ ਸੁੱਖ ਹੈ ਇਹ ਵੀ ਦੋਸਤਾਂ ਮਿੱਤਰਾਂ ਦੇ ਨਾਲ ਹੀ ਚੰਗਾ ਲੱਗਦਾ। ਸੁੱਖ ਨੂੰ ਹੋਰ ਸੁੱਖ ਨੂੰ ਚਾਰ ਚੰਨ ਲੱਗਦੇ ਨੇ ਜਦੋਂ ਇਹਦਾ ਅਸਲ ਮਿੱਤਰ ਇਹਦੇ ਕੋਲ ਹੁੰਦਾ ਹੈ। ਰੱਬ ਜਿਹੜਾ ਪ੍ਰਮਾਤਮਾ ਪਰਮੇਸ਼ਰ ਹੈ, ਦੁੱਖ ਹੈ ਸੁੱਖ ਹੈ ਨਾਲ ਹੈ, ਜਨ ਸਮਝਦਾ। ਉਹ ਕੋਈ ਵੀ ਖੁਸ਼ੀ ਐਸੀ ਇਕੱਲਾ ਨਹੀਂ ਮਨਾਉਂਦਾ ਜਿਹੜੀ ਰੱਬ ਤੋਂ ਬਿਨਾਂ ਹੋਵੇ। ਖੁਸ਼ੀ ਇਕੱਲਾ ਮਨਾਉਂਦਾ ਹੀ ਨਹੀਂ। ਰੱਬ ਪਹਿਲੋਂ, ਰੱਬ ਮੂਹਰੇ, ਰੱਬ ਅੱਗੇ। ਖੁਸ਼ੀ ਉਹ ਹੈ ਜਿੱਥੇ ਰੱਬ ਅੱਗੇ ਹੈ। ਜੇ ਰੱਬ ਨਹੀਂ ਉੱਥੇ ਖੁਸ਼ੀ ਕਾਹਦੀ? ਖੁਸ਼ੀ ਵਿੱਚ ਵੀ ਰੱਬ ਅੱਗੇ ਹੈ ਅਤੇ ਦੁੱਖ ਵਿੱਚ ਵੀ ਉਸਨੂੰ ਅੱਗੇ ਰੱਖਿਆ, ਉਹਨੂੰ ਚੇਤੇ ਕੀਤਾ। ਅਰਦਾਸ ਬੇਨਤੀ, ਖੁਸ਼ੀ ਵੇਲਾ ਵੀ ਅਰਦਾਸ ਬੇਨਤੀ ਸ਼ੁਕਰ ਦੀ ਹੈ। ਦੁੱਖ ਵੇਲਾ ਉਹਨੂੰ ਚੇਤੇ ਕੀਤਾ ਮਹਾਰਾਜ ਨੂੰ। ਮਿੱਤਰ ਮਹਾਰਾਜ ਕਹਿੰਦੇ ਜਾ ਕਾ ਮੀਤ ਸਾਜਨ ਹੈ ਸੰਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਉਹ ਤਾਂ ਮਿੱਤਰ ਹੈ ਸਭਨਾਂ ਦਾ, ਪਰ ਬਣਾਉਣੇ ਵਾਲੇ ਘੱਟ ਨੇ। ਅਸੀਂ ਬੰਦਿਆਂ ਨੂੰ ਮਿੱਤਰ ਬਣਾਉਂਦੇ। ਮਹਾਰਾਜ ਨੇ ਸਾਫ਼ ਕਿਹਾ ਹੋਇਆ ਨਾ ਜਨਤਾ ਕੈ ਵਸ ਕਿਛ ਨਹੀਂ। ਫਿਰ ਵੀ ਅਸੀਂ ਬੰਦਾ ਬੰਦੇ ਤੋਂ ਆਸ ਰੱਖਦਾ, ਬੰਦੇ ਨੂੰ ਮਿੱਤਰ ਬਣਾਉਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਵਰਗਾ ਮਿੱਤਰ ਨਾ ਕੋਈ। ਕਹਿੰਦੇ ਸਾਜਨ ਮੀਤ ਸਾਜਨ ਸੱਜਣ, ਮਿੱਤਰ ਸੱਜਣ ਇੱਕੋ ਹੀ ਸ਼ਬਦ ਹੈ। ਸੋ ਸਾਜਨ ਸ੍ਰੇਸ਼ਟ ਜਨ, ਸ੍ਰੇਸ਼ਟ ਜਨ ਵੀ ਉਹੀ ਹੈ, ਮਿੱਤਰ ਵੀ ਉਹੀ ਹੈ। ਸ੍ਰੇਸ਼ਟ ਜਨ ਨੂੰ ਮਿੱਤਰ ਬਣਾਓ। ਜੇ ਮਿੱਤਰ ਉਹ ਬਣਾਉਣਾ ਚਾਹੀਦਾ ਜਿਹਦੇ 'ਚ ਮਿੱਤਰ ਵਾਲੇ ਗੁਣ ਨੇ। ਹੁਣ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ, ਉਹ 'ਚ ਸਾਰੇ ਮਿੱਤਰ ਵਾਲੇ ਗੁਣ ਨੇ। ਕਿਤੇ ਗੁਣ ਲੱਭਣਗੇ, ਕਿਤੇ ਵੀ ਨਹੀਂ ਲੱਭਦੇ। ਸਰਬ ਗੁਣ ਨਾਇਕ, ਸਾਰੇ ਗੁਣਾਂ ਦਾ ਮਾਲਕ ਹੈ। ਸਰਬ ਗੁਣ ਨਾਇਕ, ਸਰਬ ਗੁਣ ਨਾਇਕ ਫਿਰ ਆਗੂ ਹੈ। ਸੁਭਾਵ ਉਹ ਦੱਸ ਸਕਦਾ ਹੈ ਵੀ ਗੁਣ ਕਿੱਦਾਂ ਲਈਦੇ ਨੇ। ਗੁਣਾਂ ਦਾ ਨਾਇਕ ਹੈ ਨਾ, ਸਮਝਾ ਸਕਦਾ, ਦੱਸ ਸਕਦਾ। ਸਾਰੇ ਗੁਣਾਂ ਦਾ ਮਾਲਕ ਹੈ। ਅਤੇ ਉਹਨੂੰ ਜੇ ਪੁੱਛੀਏ ਵੀ ਇਹ ਗੁਣ ਕਿੱਦਾਂ ਖਰੀਦੀਦੇ ਆ, ਕਿੱਦਾਂ ਲਈਦੇ ਆ, ਕਹਿੰਦਾ ਆਪਣੇ 'ਚੋਂ ਪੈਦਾ ਹੁੰਦੇ ਨੇ। ਉਹ ਪੈਦਾ ਕਰਨੇ ਦੱਸਦਾ। ਇਸ ਕਰਕੇ ਸਰਬ ਗੁਣ ਉਹਨੂੰ ਨਾਇਕ ਕਹਿ ਦਿੱਤਾ। ਜਿਹਦੇ 'ਚ ਸਾਰੇ ਗੁਣ ਹੁੰਦੇ ਨੇ, ਨਾਇਕ ਹੀ ਉਹ ਹੁੰਦਾ ਹੈ, ਆਗੂ ਹੀ ਉਹ ਹੁੰਦਾ ਹੈ। ਨਾਲੇ ਆਗੂ ਹੀ ਉਹਨੂੰ ਮੰਨੋ, ਆਗੂ ਹੀ ਉਹਨੂੰ ਬਣਾਓ ਜਿਹਦੇ ਸਾਰੇ ਗੁਣ ਨੇ ਭਾਈ। ਇਹ ਥੋੜ੍ਹੀ ਕਿਸੇ ਇਕੱਲੇ ਇਕੱਲੇ ਗੁਣ ਵਾਸਤੇ ਵੱਖਰੇ ਵੱਖਰੇ ਨਾਇਕ ਬਣਾਉਣੇ ਨੇ ਨਾ। ਸਰਬ ਗੁਣ ਨਾਇਕ, ਜਿਹੜੇ ਕੋਲ ਸਰਬ ਗੁਣ ਨੇ ਉਹ ਮੇਰਾ ਨਾਇਕ ਹੈ। ਸਦਾ ਸਲਾਮਤ ਦੇਵਾ, ਦਾਤਾ ਹੈ। ਦੇਵਾ ਦਾਤਾਂ ਦੇਣੇ ਵਾਲਾ। ਫਿਰ ਸਦਾ ਸਲਾਮਤ ਹੈ, ਹਮੇਸ਼ਾ ਰਹਿਣੇ ਵਾਲਾ, ਰਹਿਣੇ ਵਾਲਾ। ਇੱਕ ਰਸ ਹੈ, ਇੱਕ ਰਸ ਹੈ। ਦਾਤਾ ਇੱਦਾਂ ਦਾ ਇੱਕ ਰਸ ਹੈ। ਸਾਡੀਆਂ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਨੇ, ਪਰ ਉਹਦੇ ਰਸ ਵਿੱਚ ਫਰਕ ਨਹੀਂ। ਜਦੋਂ ਦਾਤ ਦਿੰਦਾ ਨਾ ਅਤੇ ਉਹ ਗੁੱਸੇ ਹੋ ਕੇ ਨਹੀਂ ਵੀ ਦੇਣੀ ਦਾਤ, ਜਿਹੜੀ ਦਾਤ ਦੇਣੀ ਆ ਉਹ ਨਹੀਂ ਦਿੰਦਾ, ਇੱਦਾਂ ਨਹੀਂ ਹੈ। ਉਹ ਸਲਾਮਤ ਹੈ, ਸਲਾਮਤ ਹੈ। ਸਲਾਮਤ ਤੋਂ ਭਾਵ ਉਹਦੇ ਰਸ ਵਿੱਚ ਵਿਘਨ ਨਹੀਂ ਪੈਂਦਾ, ਉਹਦੇ ਸੁਭਾਅ ਵਿੱਚ ਫਰਕ ਨਹੀਂ ਪੈਂਦਾ। ਜਿੱਦਾਂ ਮਹਾਰਾਜ ਕਹਿੰਦੇ ਨਾ ਘਾਟ ਹੈ ਨਾ ਵਾਧ ਹੈ, ਨਾ ਘਾਟ ਵਾਧ ਹੋਤ ਹੈ। ਤੱਤਾ ਹੋ ਜਾਣਾ, ਠੰਡਾ ਹੋ ਜਾਣਾ, ਇੱਦਾਂ ਨਹੀਂ ਹੈ। ਇੱਕ ਰਸ, ਇੱਕ ਰਸ ਨੂੰ ਸਲਾਮਤ। ਸਲਾਮਤ ਹੁੰਦਾ ਹਮੇਸ਼ਾ ਰਹਿਣੇ ਵਾਲਾ, ਜਿਸ ਦਾ ਨਾ ਜਨਮ ਹੈ ਨਾ ਮੌਤ ਹੈ, ਸਲਾਮਤ ਹੈ। ਸਲਾਮਤ ਹੁੰਦਾ ਇੱਕ ਰਸ ਜਿਹ 'ਚ ਬਦਲਾਅ ਨਹੀਂ ਹੈ। ਉਹਦੇ ਸੁਭਾਅ, ਉਹਦਾ ਬਿਰਧ ਹੈ, ਬੜਾ ਪੁਰਾਣਾ ਬਿਰਧ ਹੈ, ਆਦਿ ਕਾਲ ਦਾ ਬਿਰਧ ਹੈ। ਕੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹਨੇ ਸੁਭਾਅ ਬਦਲਿਆ, ਇਹ ਸੁਭਾਅ ਨੇ ਕਦੀ ਨਹੀਂ ਬਦਲਿਆ।
ਹਮੇਸ਼ਾ ਹੀ ਸ਼ਰਨ ਆਏ ਨੂੰ ਕੰਠ ਦੇ ਨਾਲ ਲਾਉਂਦਾ ਹੈ ਅਤੇ ਉਹਨੂੰ ਨਿਵਾਜਦਾ, ਉਹਨੂੰ ਦਾਤ ਦਿੰਦਾ ਹੈ। ਜੇ ਸ਼ਰਨ ਨਹੀਂ ਆਇਆ ਤਾਂ ਕਰਮਾਂ ਦਾ ਫਲ ਭੋਗਦਾ, ਜੇ ਸ਼ਰਨ ਆ ਗਿਆ ਤਾਂ ਕਰਮ ਪਿੱਛੇ ਹੋ ਜਾਂਦੇ ਨੇ। ਫਿਰ ਜਦੋਂ ਸ਼ੇਰ ਆ ਅਤੇ ਗਿੱਦੜਾਂ ਦਾ ਉੱਥੇ ਕੀ ਕੰਮ? ਸਿੰਘ ਸ਼ਰਨ ਕਤ ਜਾਈਐ ਜੋ ਜੁੰਬਕ ਗਰਾਸੈ। ਕਰਮ ਤਾਂ ਫਿਰ ਗਿੱਦੜ ਹੋ ਜਾਂਦੇ ਨੇ, ਕਰਮ ਤਾਂ ਭੱਜਦੇ ਨੇ, ਕਰਮ ਨਹੀਂ ਠਹਿਰਦੇ ਜਦੋਂ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਮਿੱਤਰ ਸਤਿਗੁਰੂ ਜੀ ਨਾਲ ਹੁੰਦੇ ਨੇ, ਉਹ ਸਲਾਮਤ ਹੈ ਨਾ, ਉਹ ਹਮੇਸ਼ਾ ਰਹਿਣੇ ਵਾਲਾ। ਇੱਕ ਰਸ ਹੈ, ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ। ਈਤ ਊਤ, ਇੱਥੇ ਉੱਥੇ, ਕਹਿੰਦੇ ਇੱਥੇ ਉੱਥੇ, ਇਹ ਲੋਕ ਅਤੇ ਪਰਲੋਕ ਦੇ ਵਿੱਚ ਵੀ, ਜਤ ਕਤ ਜਿੱਥੇ ਕਿੱਥੇ। ਈਤ ਊਤ ਇੱਥੇ ਉੱਥੇ, ਜਾਤ ਕਤ ਜਿੱਥੇ ਕਿੱਥੇ। ਸੋ ਈਤ ਵਿੱਚ ਵੀ ਜਿੱਥੇ ਕਿੱਥੇ, ਊਤ ਵਿੱਚ ਵੀ ਜਿੱਥੇ ਕਿੱਥੇ। ਇਸ ਸੰਸਾਰ ਵਿੱਚ ਵੀ ਜਿੱਥੇ ਕਿਤੇ, ਮਤਲਬ ਹਰੇਕ ਜਗ੍ਹਾ ਦੇ ਉੱਤੇ। ਪਰਲੋਕ ਵਿੱਚ ਵੀ ਹਰੇਕ ਜਗ੍ਹਾ ਦੇ ਉੱਤੇ। ਹੁਣ ਪਰਲੋਕ ਦਾ ਕਿੱਦਾਂ ਦਾ ਸਿਸਟਮ ਹੈ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ, ਸਾਨੂੰ ਤਾਂ ਇਹ ਲੋਕ ਦਾ ਵੀ ਨਹੀਂ ਪਤਾ। ਇਹ ਲੋਕ ਬਾਰੇ ਪੂਰੇ ਜਾਣਕਾਰੀ ਸਾਨੂੰ ਮਿਲ ਗਈ ਹੋਵੇ ਤਾਂ ਗੱਲ ਕਰੀਏ। ਇਸ ਲੋਕ ਦੇ ਵਿੱਚ ਰਹਿ ਰਹੇ, ਸਾਨੂੰ ਇੱਥੇ ਰਹਿਣ ਦੇ ਬਾਵਜੂਦ ਵੀ ਇੱਥੇ ਜਾਣਕਾਰੀ ਨਹੀਂ। ਜਾਣਕਾਰੀ ਵੀ ਸਾਡੇ ਕੋਲ ਝੂਠੀ, ਮਿੱਥਿਆ ਆ। ਮਹਾਰਾਜ ਕਹਿੰਦੇ ਮਿੱਥਿਆ ਮਿਥਨ ਅਗਨ ਸ਼ੋਕ ਸਾਗਰ, ਮਿਥਨ ਮੋਹ ਅਗਨ ਸ਼ੋਕ ਸਾਗਰ। ਇਹ ਸਾਰੀ ਜਾਣਕਾਰੀ ਮਿੱਥਿਆ ਸਾਡੇ ਕੋਲ। ਸੋ ਇਤਿਹਾਸ ਅਤੇ ਮਿਥਿਆਸ ਅਸੀਂ ਦੋ ਚੀਜ਼ਾਂ ਮੰਨਦੇ, ਪਰ ਗੁਰੂ ਨੂੰ ਪੁੱਛੋ, ਕਹਿੰਦੇ ਸਭ ਕੁਝ ਹੀ ਮਿੱਥ ਹੈ। ਜੇ ਤੁਸੀਂ ਇਤਿਹਾਸ ਮੰਨਦੇ ਕੋ ਵੀ ਤਾਂ ਮਿੱਥਿਆ ਹੀ ਹੈ, ਕਹਿੰਦੇ ਉਹ ਕੀ ਹੈ? ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ ਲੈ। ਹਰੇਕ ਪ੍ਰੀਤ ਨੂੰ ਝੂਠਾ ਕਹਿ ਦਿੱਤਾ ਸਾਹਿਬ ਜੀ ਨੇ। ਜੋ ਸੰਸਾਰ ਦੇ ਨਾਲ, ਇੱਕ ਰੱਬ ਦੇ ਨਾਲ ਹੀ ਸੱਚੀ ਪ੍ਰੀਤ ਹੁੰਦੀ ਹੈ, ਬਾਕੀ ਸਾਰਿਆਂ ਨਾਲ ਝੂਠੀ ਹੈ। ਜੋ ਕੁਝ ਵੇਖਦੇ, ਇੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਕੁਝ ਵੇਖਦੇ ਸਾਰਾ ਕੁਝ ਤਾਂ ਮਿੱਥ ਹੈ, ਸੱਚਾ ਥੋੜ੍ਹੀ ਹੈ, ਸੱਚ ਨਹੀਂ ਹੈ। ਸੋ ਭਾਵ ਸਾਨੂੰ ਇਸ ਸੰਸਾਰ ਵਿੱਚ ਰਹਿ ਕੇ ਵੀ ਇਸ ਗੱਲ ਦੀ ਸੋਝੀ ਨਹੀਂ ਆਈ। ਨੈਨੋ ਦੇਖਤ ਇਹ ਜਗ ਜਾਈ, ਪਤਾ ਵੀ ਹੈ ਜਾਣਾ, ਫਿਰ ਅਸੀਂ ਆਪਣਾ ਮੰਨ ਕੇ ਬੈਠੇ ਹਾਂ। ਮਤਲਬ ਸੋਝੀ ਨਹੀਂ ਹੈ ਨਾ, ਸੋਝੀ ਦੀ ਕਮੀ ਹੈ। ਅਤੇ ਪਰਲੋਕ ਦੀ ਸੋਝੀ ਸੀ ਕਿੱਥੋਂ ਲੈ ਲੈਣੀ ਹੈ? ਹੁਣ ਜਤ ਕਤ ਜਿੱਥੇ ਕਿਤੇ, ਇਸ ਲੋਕ ਦੇ ਵਿੱਚ ਜਿੱਥੇ ਕਿਤੇ ਵਿਚਰਨਾ ਵਿਚਰ ਰਹੇ ਹੈ, ਅਤੇ ਜੇ ਉਹਨੂੰ ਚੇਤੇ ਕੀਤਾ ਅਤੇ ਉਹਨੂੰ ਨਾਲ ਰੱਖਿਆ, ਨਾਲ ਰਹਿੰਦਾ, ਫਿਰ ਨਾਲ ਰਹਿੰਦਾ, ਫਿਰ ਸਮੇਂ ਸਮੇਂ 'ਤੇ ਸਾਡੀ ਰੱਖਿਆ ਵੀ ਉਹ ਕਰਦਾ। ਜਾਤ ਕਤ ਤੁਮ ਹੀ ਮਿਲੇ ਨਾਨਕ ਸੰਤ ਸੇਵਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਉਹਦੇ ਪਿਆਰਿਆਂ ਦੀ ਸੇਵਾ ਦਾ ਮੌਕਾ ਮਿਲਦਾ ਹੈ ਅਤੇ ਉਹਨਾਂ ਦੀ ਸੇਵਾ ਦੇ ਵਿੱਚ ਤੁਮ ਹੀ ਮਿਲਿਆ, ਉਹ ਮਿਲਦਾ। ਹੁਣ ਹੋ ਜਾਂਦੀ ਸਵਾਲ ਵੀ ਜਿੱਥੇ ਕਿੱਥੇ, ਇੱਥੇ ਉੱਥੇ ਕਿੱਦਾਂ ਲੱਭਦਾ? ਕਹਿੰਦੇ ਉਹਦੇ ਪਿਆਰਿਆਂ ਦੀ ਸੇਵਾ ਵਿੱਚੋਂ ਲੱਭਦਾ। ਜਿਹੜੇ ਉਹਦੇ ਪਿਆਰੇ ਸੇਵਾ ਵਿੱਚ ਹੁੰਦੇ ਨੇ, ਮਿਲੇ ਸੰਤ ਸੇਵਾ, ਜਿਹੜੇ ਸੇਵਾ ਵਿੱਚ ਮਸਤ ਨੇ, ਉਹ ਮਿਲੇ ਰਹਿੰਦੇ ਨੇ। ਉਹ ਹਰ ਵਕਤ ਉਹਦੇ ਨਾਲ ਮਿਲੇ ਰਹਿੰਦੇ ਨੇ, ਉਹਦੇ ਨਾਲ ਅੱਡੇ ਹੀ ਨਹੀਂ ਹੁੰਦੇ। ਅਸੀਂ ਕਹਿੰਦੇ ਵੀ ਜਿੱਥੇ ਕਿੱਥੇ, ਇੱਥੇ ਉੱਥੇ ਨਾਲ ਹੈ, ਅਤੇ ਜਿਹੜਾ ਸੇਵਾ ਦੇ ਵਿੱਚ ਹੈ ਉਹ ਕਹਿੰਦਾ ਅੱਡੇ ਨਹੀਂ ਹੁੰਦਾ। ਕਹਿੰਦਾ ਮਿਲੇ ਦੀ ਤਾਂ ਨਾਲ ਦੀ ਤਾਂ ਮੈਂ ਗੱਲ ਕਰਾਂ ਜੇ ਕਦੀ ਅੱਡ ਹੋਵੇ। ਕਹਿੰਦਾ ਮੈਂ ਤੁਹਾਨੂੰ ਕਦੀ ਅੱਡ ਹੀ ਨਹੀਂ ਵੇਖਿਆ। ਸੋ ਇਹ ਸਾਰੇ ਸ਼ਬਦਾਂ ਦੇ ਵਿੱਚ ਜਨ ਦੀ ਗੱਲ, ਭਗਤੀ ਦੀਆਂ ਗੱਲਾਂ ਹੀ ਸਾਹਿਬ ਜੀ ਨੇ ਕੀਤੀਆਂ, ਸਾਨੂੰ ਸੋਝੀ ਦਿੱਤੀ ਹੈ। ਗੁਰੂ ਕਿਰਪਾ ਕਰੇ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।
ਅੰਗੀਕਾਰੋ ਖਰੇ ਤੇਰਾ ਕਾਰ ਸੋ ਸਵਾਰਨਾ ਸਭਨਾ ਗੱਲਾਂ ਸਵਰਾ ਸੁਆਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਠੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੀ ਕਹਿ ਨਾਨਕ ਤੈਸ ਕੋ ਤਿਤ ਕਰ ਅਨਹਦ ਵਾਜੇ ਹਨ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੂਹਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸੱਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੋਂ ਕੈ ਅਰਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਸਹਾਇ ਵਾਹਿਗੁਰੂ ਪਾਤਸ਼ਾਹੀ ਦਸਵੀਂ ਬੜਤ ਭਗਤੀ ਸੋਇ ਪੈ ਗੁਰਵਾਨ ਮਿਲਨ ਧਿਆਏ ਗੁਰੂ ਗੁਰੂ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕੀ ਆਈ ਤੇ ਸਭ ਤੇਗ ਬਹਾਦਰ ਸਿਮਰਿਆ ਹਰਨੋਕ ਤੇ ਅਵਤਾਰੇ ਸਤਿ ਸਹਾਇ ਦਸਵੀਂ ਪਾਤਸ਼ਾਹੀ
ਜੀ ਸੰਗਤਾਂ ਨੂੰ ਨਿਹਾਲ ਕਰੋ ਕਿ ਸੇ ਪਿਆਰੇ ਮੇਰੇ ਨਾਮ ਦੇ ਨਾਮ ਤੇ ਪਿਆਰੇ ਨਾਮ ਚੜ੍ਹਦੀ ਕਲਾ